सतनाम श्री वाहिगुरु साहिब जी। डंडौत बंदन अनेक बार सर्ब कला समरथ। डोलन ते राखो प्रभु, नानक दे कर हथ। डोलन ते राखो प्रभु, नानक दे कर हथ। जुग हो जुग अटल, चबर छतर तख्त दे मालक। धन धन साहिब श्री गुरु ग्रंथ साहिब महाराज जी दी अपार बख्शिश दे सदका धन धन साहिब श्री गुरु ग्रंथ साहिब महाराज जी दी लड़ीवार विचार चल रही है। उसे लड़ी दे अधीन जो आपां जपजी साहिब जी दी पावन बाणी दी विचार कर रहे हैं। 31 पौड़ियां दी विचार हाले तक आपां कर चुके हैं। अज उस तो अगलियां 2 पौड़ियां 32ਵੀਂ पौड़ी और 33ਵੀਂ पौड़ी इहदी विचार आपां करनी है। सत संगत आओ जिन्ने भी शरीर जुड़ बैठे हाँ सतगुरां दी बख्शी फतेह विच हाज़री भरीए जी। वाहिगुरु जी का खालसा वाहिगुरु जी की फतेह। जपजी साहिब जी दी पावन बाणी दे अंदर जिथे अनेकां ही रहमतां मेरे सतगुरां ने वरसाइयां ने, उत्थे अज इन्हां 2 पौड़ियां दे विच आपां ਜ਼ਬਾਨ ਤੋਂ ਸਿਮਰਨ ਕਰਨ ਦੀ ਮਹਾਨਤਾ ਸਮਝਾਂਗੇ ਔਰ ਨਾਲ ਇਹ ਵੀ ਸਮਝਾਂਗੇ ਕਿ ਉਹਦੀ ਬਖਸ਼ਿਸ਼ ਕਿੱਡੀ ਵੱਡੀ ਹੈ, ਉਹਦੀ ਬਖਸ਼ਿਸ਼ ਦੀ ਕੀ ਮਹਾਨਤਾ ਹੈ। ਔਰ ਜੇ ਉਹਦੀ ਬਖਸ਼ਿਸ਼ ਨਹੀਂ ਤੇ ਸਾਡੇ ਕਰਮ ਕਿਸ ਅਰਥ ਨੇ, ਫਿਰ ਇਹਨਾਂ ਦੀ ਕਿੰਨੀ ਕੁ ਮਹਾਨਤਾ ਰਹਿ ਜਾਂਦੀ ਹੈ। ਤਾਂ ਇਹ ਸਾਰੀ ਵਿਚਾਰ ਜਿਹੜੀ ਹੈ इन्हां 2 पौड़ियां दे विच आपां करनी है। आओ सत संगत जिन्ने जुड़ बैठे हाँ इकागर होइए, सुरत सतगुरां दे चरनां ते टिकाइए, अरदास करिए पातशाह आनंद बख्शिओ, रस बख्शिओ, हर विघन दूर करिओ और विच वरत के आप ही गुरु नानक साहिब कथा करा लिओ जी। आओ सत संगत सारे रसना नूं पवित्र करिए और उचारण करिए सतनाम श्री वाहिगुरु साहिब जी। एक दू जीबो लख होए लख होवह लख 20। एक दू जीबो लख होए लख होवह लख 20। इस तरह उचारण करना। गुरु नानक साहिब जी कहते एक जबान तो, जीबो भाव जबान, एक जीभ तो लखां जीभां हो जान और लखां तो 20 लाख हो जान। लख होवे लख 20, एक तो लख हो गई जबाना और लखां तो 20 लाख हो जान। फिर अगों मेरे सतगुरु जी फरमाउंदे हन जी, लख लख गेड़ा आखिए है एक नाम जगदीश। हुण जेड़ियां जुबानां 20 लाख बन चुकियां उन्हां एक एक जुबान दे नाल लख लख वारी उस वाहिगुरु दे नाम नूं जपीए। एक नाम जगदीश, जगदीश का अर्थ है जगत का ईस, जगत का मालक वाहिगुरु जी परमात्मा। एक जबान तो लखां जबानां हो जान, लखां तो 20 लाख हो जान ते महाराज कहंदे हर जबान दे नाल लखां वारी उस वाहिगुरु का नाम जपीए, भाव अणगिनत वारी जपीए। क्योंकि हुण इत्थे अणगिनती कहांगे ना, जदों इंज ही कहता भी एक जबान तो लख हो जान, लखां तो 20 लाख हो जान तो हर एक एक जबान दे नाल लख लख वारी जपीए। कहण तो भाव की है कि अनेकां वार उस वाहिगुरु जी का नाम इस जबान तो जपीए।
ਇਹ ਸਤਿਗੁਰੂ ਜੀ ਫਰਮਾਉਂਦੇ ਨੇ। ਫਿਰ ਅੱਗੋਂ ਅਗਲੀ ਪੰਕਤੀ ਵਿੱਚ ਫਿਰ ਸਤਿਗੁਰੂ ਜੀ ਕੀ ਰਹਿਮਤ ਕਰਦੇ ਹਨ ਜੀ। ਏਤ ਰਾਹ ਪਤ ਪਵੜੀਆ ਚੜੀਐ ਹੋਏ 21। ਏਤ ਰਾਹ ਪਤ ਪਵੜੀਆ ਚੜੀਐ ਹੋਏ 21। ਮਹਾਰਾਜ ਕਹਿੰਦੇ ਹੁਣ ਆ ਜ਼ੁਬਾਨ ਤੋਂ ਜਪਣਾ ਕੀ ਹੈ? ਇਹ ਜਪਣਾ ਤਾਂ ਪਤ ਤੋਂ ਭਾਵ ਪਤੀ, ਏਤ ਰਾਹੇ ਪਤ ਪਵੜੀਆਂ, ਪਤੀ ਪਰਮੇਸ਼ਰ। ਪਤੀ ਕੌਣ ਹੈ? ਸਾਡਾ ਵਾਹਿਗੁਰੂ ਪਰਮੇਸ਼ਰ ਪਰਮਾਤਮਾ। ਉਸ ਪਰਮਾਤਮਾ ਤੱਕ ਪਹੁੰਚਣ ਵਾਸਤੇ ਇਹ ਪੌੜੀਆਂ ਨੇ ਜਪਣਾ। ਤੋ ਜਪਣਾ ਕੀ ਹੈ? ਪੌੜੀਆਂ। ਔਰ ਇਹਨਾਂ ਪੌੜੀਆਂ ਦੇ ਰਾਹੀਂ ਹੀ ਕੀ ਹੋਏਗਾ? ਚੜੀਐ ਹੋਏ 21। ਇਹਨਾਂ ਪੌੜੀਆਂ 'ਤੇ ਚੜ੍ਹ ਕੇ ਅਸੀਂ ਉਸ ਵਾਹਿਗੁਰੂ 'ਚ ਅਭੇਦ ਹੋ ਸਕਦੇ ਹਾਂ। ਤੋ ਇਹ ਜਪਣਾ ਕੀ ਹੈ? ਇਹ ਪੌੜੀਆਂ ਨੇ। ਪਰ ਇੱਥੇ ਥੋੜ੍ਹਾ ਜਿਹਾ ਧਿਆਨ ਦੇ ਕੇ ਇਸ ਕਨਸੈਪਟ ਨੂੰ ਸਮਝਣ ਦਾ ਯਤਨ ਕਰਿਓ ਸਾਧ ਸੰਗਤ। ਹਾਲਾਂਕਿ ਕਈ ਸੱਜਣ ਇਸ ਵਿਚਾਰ ਨੂੰ ਨੈਗੇਟਿਵ ਰੂਪ 'ਚ ਲੈ ਜਾਂਦੇ ਨੇ ਕਿ ਜਪਣ ਦਾ ਕੋਈ ਫਾਇਦਾ ਨਹੀਂ ਹੈਗਾ। ਅਤੇ ਅਕਸਰ ਆਪਾਂ ਸੁਣਦੇ ਹਾਂ ਵੀ ਉਹ ਜ਼ੁਬਾਨ ਤੋਂ ਜਪਣ ਨੂੰ ਤੋਤਾ ਰਟਣ ਦੱਸਦੇ ਆ ਵੀ ਵਾਰੀ ਰਿਪੀਟ ਕਰਕੇ ਕੀ ਹੋ ਜਾਊਗਾ। ਅਤੇ ਨਾਲ ਫਿਰ ਹੋਰ ਗਾਥਾਵਾਂ ਸਾਖੀਆਂ ਵੀ ਸੁਣਾ ਦਿੰਦੇ ਆ ਵੀ ਫਲਾਣਾ ਬੰਦਾ ਇੰਨੀ ਵਾਰੀ ਜਪਦਾ ਰਿਹਾ ਪਰ ਉਹਦੇ ਆਪਦੇ ਘਰ ਦੇ ਉਹਦੇ ਤੋਂ ਦੁਖੀ ਸੀ ਜੀ। ਉਹ ਜਪਦਾ ਰਿਹਾ ਪਰ ਉਹਦੇ ਅੰਦਰ ਦਇਆ ਨਹੀਂ ਸੀ ਜੀ। ਇਸ ਕਰਕੇ ਜੇ ਗੁਣ ਧਾਰਨ ਨਹੀਂ ਕੀਤੇ ਤਾਂ ਜਪਣ ਦਾ ਕੀ ਫਾਇਦਾ ਹੈ? ਐਵੇਂ ਦੀਆਂ ਗੱਲਾਂ ਕਰਦੇ ਆ। ਇੱਥੇ ਇਹਨਾਂ ਦੋਨਾਂ ਗੱਲਾਂ ਦਾ ਹੀ ਜਵਾਬ ਜਿਹੜਾ ਦਾਸ ਸਤਿਗੁਰਾਂ ਦੀ ਰਹਿਮਤ ਦੇ ਸਦਕਾ ਦੇਣਾ ਚਾਹਵੇਗਾ। ਪਹਿਲੀ ਗੱਲ, ਜਿਹੜੇ ਇਹ ਕਹਿੰਦੇ ਆ ਵੀ ਰੈਪੀਟੀਸ਼ਨ ਦਾ ਕੀ ਫਾਇਦਾ ਹੈ, ਵਾਰ-ਵਾਰ ਵਾਹਿਗੁਰੂ ਵਾਹਿਗੁਰੂ ਕਹਿਣ ਦਾ ਕੀ ਫਾਇਦਾ, ਤਾਂ ਇਹ ਧਿਆਨ ਰੱਖਿਓ ਇਹ ਸੰਸਾਰ ਚੱਲਦਾ ਹੀ ਰੈਪੀਟੀਸ਼ਨ ਨਾਲ ਪਿਆ ਹੈ। ਹੁਣ ਧਰਤੀ ਜਿਹੜੀ ਆ ਸੂਰਜ ਦੇ ਦੁਆਲੇ ਘੁੰਮੀ ਜਾ ਰਹੀ ਕੀ ਹੈ? ਰੈਪੀਟੀਸ਼ਨ, ਰਿਪੀਟ ਹੋ ਰਿਹਾ ਨਾ ਕੁਝ। ਹੁਣ ਕਦੀ ਇੰਜ ਕਿਹਾ ਵੀ ਧਰਤੀ ਨੇ ਇੱਕ ਗੇੜਾ ਕੱਢ ਲਿਆ ਸੂਰਜ ਦੇ ਦੁਆਲੇ, ਚੱਲ ਵੀ ਹੁਣ ਵਾਰ-ਵਾਰ ਘੁੰਮਣ ਦਾ ਕੀ ਫਾਇਦਾ, ਬਸ ਕਰ। ਜੇ ਧਰਤੀ ਨੇ ਘੁੰਮਣਾ ਬੰਦ ਕਰ ਦਿੱਤਾ ਤਾਂ ਸੰਸਾਰ ਦਾ ਖਾਤਮਾ ਜੇ, ਸੰਸਾਰ ਖਤਮ ਹੋ ਜਾਵੇਗਾ। ਹੋਰ ਉਦਾਹਰਨਾਂ ਲਵੋ। ਅਸੀਂ ਸਵਾਸ ਲੈਂਦੇ ਹਾਂ, ਵਾਰ-ਵਾਰ ਲੈਂਦੇ ਹਾਂ, ਅੰਦਰ ਖਿੱਚਦੇ ਹਾਂ, ਬਾਹਰ ਛੱਡਦੇ ਹਾਂ, ਅੰਦਰ ਲੈਂਦੇ ਹਾਂ, ਬਾਹਰ ਛੱਡਦੇ ਹਾਂ। ਇਹ ਵੀ ਤਾਂ ਰੈਪੀਟੀਸ਼ਨ ਹੋ ਰਹੀ ਹੈ ਨਾ। ਅਤੇ ਜੇ ਇਹ ਰੈਪੀਟੀਸ਼ਨ ਬੰਦ ਹੋ ਜਾਵੇ ਤਾਂ ਲੋਕ ਕੀ ਕਹਿੰਦੇ ਆ? ਇਹਦੇ ਸਵਾਸ ਬੰਦ ਹੋ ਗਏ, ਸਵਾਸ ਹੁਣ ਚੱਲਦੇ ਨਹੀਂ ਪਏ, ਬੰਦਾ ਮਰ ਗਿਆ। ਤੋ ਜਿਹਦੇ ਸਵਾਸਾਂ ਦੀ ਰੈਪੀਟੀਸ਼ਨ ਬੰਦ ਹੋ ਜਾਵੇ ਉਹਦਾ ਸਰੀਰ ਮਰ ਜਾਂਦਾ ਹੈ। ਜਿਹਦੇ ਅੰਦਰੋਂ ਵਾਹਿਗੁਰੂ ਦੇ ਨਾਮ ਦੀ ਰੈਪੀਟੀਸ਼ਨ ਬੰਦ ਹੋ ਜਾਵੇ ਉਹਦਾ ਜ਼ਮੀਰ ਮਰ ਜਾਂਦਾ ਹੈ, ਉਹਦੀ ਅਧਿਆਤਮਕਤਾ ਖਤਮ ਹੋ ਜਾਂਦੀ ਹੈ। ਅਸੀਂ ਰੋਜ਼ ਰੋਟੀ ਖਾਂਦੇ, ਇਹ ਵੀ ਤਾਂ ਰੈਪੀਟੀਸ਼ਨ ਹੈ ਨਾ ਸਾਧ ਸੰਗਤ। ਸੁਬਾਹ ਵੀ ਖਾਧੀ, ਦੁਪਹਿਰੇ ਵੀ ਖਾਧੀ, ਸ਼ਾਮ ਨੂੰ ਵੀ ਖਾਧੀ, ਫਿਰ ਅਗਲੇ ਦਿਨ ਖਾਧੀ, ਫਿਰ ਅਗਲੇ ਦਿਨ ਖਾਧੀ, ਵਾਰ-ਵਾਰ ਰਿਪੀਟ ਕਰਦੇ ਪਏ ਹਾਂ। ਅਤੇ ਕਦੀ ਕਿਹਾ ਵੀ ਚੱਲ ਇੱਕ ਵਾਰੀ ਖਾ ਲਈ, ਹੁਣ ਰਿਪੀਟ ਕਰਨ ਦਾ ਕੀ ਫਾਇਦਾ ਹੈ? ਕਿਸੇ ਨੇ ਵਿਦਵਾਨ ਨੇ ਇੱਕ ਬੜੀ ਸੋਹਣੀ ਉਦਾਹਰਨ ਲਈ ਸੀ। ਕਹਿੰਦੇ ਬੱਚਾ ਨਰਸਰੀ 'ਚ ਪੜ੍ਹਦਾ ਹੈ, KG 'ਚ ਪੜ੍ਹਦਾ, UKG 'ਚ ਪੜ੍ਹਦਾ ਹੈ। ਉਹ ਸਭ ਤੋਂ ਪਹਿਲਾਂ ਸਿੱਖਦਾ ਹੈ ABCD, ਊੜਾ ਐੜਾ ਈੜੀ ਸੱਸਾ ਹਾਹਾ ਕ ਖ ਗ ਕ, ਇਹ ਕੁਝ ਸਿੱਖਦਾ ਹੈ ਨਾ। ਉਹਨੇ ਊੜਾ ਐੜਾ ਨਰਸਰੀ LKG UKG 'ਚ ਸਿੱਖਿਆ। ਜਿਵੇਂ ਜਿਵੇਂ ਕਲਾਸਾਂ ਵੱਧਦੀਆਂ ਜਾਂਦੀਆਂ ਠੀਕ ਹੈ ਉਹ ਊੜਾ ਐੜਾ ਫਿਰ ਸ਼ਬਦ ਬਣਦੇ ਜਾਂਦੇ ਆ, ਪੈਰਾਗ੍ਰਾਫ ਬਣਦੇ ਜਾਂਦੇ ਆ, ਐਸੇ ਬਣਦੇ ਜਾਂਦੇ ਆ। ਪਰ ਉਹ ਜਿਹੜੇ 35 ਅੱਖਰ ਨੇ ਰਿਪੀਟ ਤਾਂ ਹੋ ਹੀ ਰਹੇ ਨੇ ਨਾ ਵਾਰੀ। ਕੋਈ ਸ਼ਬਦ ਮਰਜ਼ੀ ਲਿਖ ਦਿਓ, ਕੋਈ ਸ਼ਬਦ ਲਿਖਿਆ ਜਾ ਰਿਹਾ ਹੈ ਪਰ ਅੱਖਰ ਤਾਂ ਉਹੀ ਰਿਪੀਟ ਹੋ ਰਹੇ ਨੇ ਨਾ ਜਿਹੜੇ ਨਰਸਰੀ 'ਚ ਸਿੱਖੇ ਸੀ। ਉਹ ਵੀ ਤਾਂ ਰੈਪੀਟੀਸ਼ਨ ਹੈ ਨਾ। ਤੋ ਇਸ ਕਰਕੇ ਸਾਧ ਸੰਗਤ ਦੁਨੀਆ ਹੀ ਰੈਪੀਟੀਸ਼ਨ ਨਾਲ ਚੱਲਦੀ ਪਈ ਹੈ। ਰੈਪੀਟੀਸ਼ਨ ਕੋਈ ਗੁਨਾਹ ਨਹੀਂ ਹੈਗਾ। ਇਸ ਕਰਕੇ ਮਹਾਰਾਜ ਕਹਿੰਦੇ ਵਾਰੀ ਅਨੇਕਾਂ ਵਾਰੀ ਵਾਹਿਗੁਰੂ ਦਾ ਨਾਮ ਜਪਣਾ ਹੈ। ਪਰ ਇਹ ਧਿਆਨ ਰੱਖੀ ਇਹ ਪੌੜੀਆਂ ਨੇ, ਇਹਨਾਂ ਨੂੰ ਮੰਜ਼ਿਲ ਨਾ ਸਮਝ ਬੈਠੀ। ਆਹ ਧਿਆਨ ਰੱਖਣਾ ਹੈ, ਪੌੜੀਆਂ ਮੰਜ਼ਿਲ ਨਹੀਂ ਹੁੰਦੀਆਂ। ਹਾਂ, ਪੌੜੀਆਂ ਰਾਹੀਂ ਚੜ੍ਹ ਕੇ ਮੰਜ਼ਿਲ 'ਤੇ ਪਹੁੰਚੀ ਦਾ ਹੁੰਦਾ ਹੈ। ਤੋ ਜ਼ੁਬਾਨ ਕਰਕੇ ਜਪਣ ਨੂੰ ਹੀ ਸਭ ਕੁਝ ਨਹੀਂ ਸਮਝ ਲੈਣਾ ਵੀ ਜੇਕਰ ਅਸੀਂ ਜ਼ੁਬਾਨ ਕਰਕੇ ਜਪਣਾ ਸ਼ੁਰੂ ਕਰ ਦਿੱਤਾ ਹੈ। ਰੋਜ਼ ਮਨੁੱਖ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ 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 ਜਪਦਾ ਹੈ, ਅੱਜ ਵੀ ਜਪਿਆ, ਕੱਲ੍ਹ ਵੀ ਜਪਿਆ, ਅਤੇ ਬਸ ਇਸ ਚੀਜ਼ ਕਰਕੇ ਹੀ ਉਹ ਭੁਲੇਖੇ 'ਚ ਪੈ ਜਾਵੇ ਕਿ ਮੇਰਾ ਜੀਵਨ ਸਫਲ ਹੋ ਗਿਆ, ਮੈਂ ਤਾਂ ਹੁਣ ਸੰਤ ਹੋ ਗਿਆ। ਮਹਾਰਾਜ ਕਹਿੰਦੇ ਇਹ ਜਪਣਾ ਉਸ ਪਤੀ ਤੱਕ ਪਹੁੰਚਣ ਦੀਆਂ ਪੌੜੀਆਂ ਜ਼ਰੂਰ ਨੇ ਪਰ ਇਹ ਮੰਜ਼ਿਲ ਨਹੀਂ ਹੈਗੀਆਂ। ਇਸ ਕਰਕੇ ਜਿਹੜੇ ਵਿਦਵਾਨ ਇਹ ਕਹਿੰਦੇ ਨੇ ਨਾ ਵੀ ਲੈ ਜਪਣ ਦਾ ਫਾਇਦਾ ਨਹੀਂ ਹੈਗਾ ਕਿਉਂਕਿ ਗੁਣ ਤਾਂ ਕਮਾਏ ਨਹੀਂ, ਅਤੇ ਉਹਨਾਂ ਨੂੰ ਮੈਂ ਬੇਨਤੀ ਕਰਾਂਗਾ ਕਿਸੇ ਵੀ ਧਰਮ ਦਾ ਕੋਈ ਵੀ ਕਰਮ ਹੋਵੇ, ਜੇ ਤੁਸੀਂ ਕਹਿੰਦੇ ਹੋ ਨਾ ਅਸੀਂ ਇਕੱਲੇ ਸਿਮਰਨ ਦੇ ਦਿਵਾਲੇ ਹੋ ਜਾਂਦੇ ਹਾਂ, ਜਪਣ ਦੇ ਦਿਵਾਲੇ ਹੋ ਜਾਂਦੇ ਹਾਂ ਅਸੀਂ ਸਾਰੇ ਕਿ ਜਪਣ ਦਾ ਕੀ ਫਾਇਦਾ ਜੀ, ਜਪਣ ਦਾ ਕੀ ਫਾਇਦਾ ਜੀ। ਇਹ ਧਿਆਨ ਰੱਖਿਓ ਜੇ ਗੁਣ ਨਹੀਂ ਕਮਾਏ
ਤੇ ਧਰਮ ਦਾ ਕੋਈ ਵੀ ਕਰਮ ਕਿਸੇ ਅਰਥ ਨਹੀਂ। ਇਕੱਲੇ ਸਿਮਰਨ ਦੀ ਗੱਲ ਹੀ ਕਿਉਂ ਕਰਦੇ ਹੋ, ਇਕੱਲੇ ਜਪਣ ਦੀ ਗੱਲ ਹੀ ਕਿਉਂ ਕਰਦੇ ਹੋ, ਗੱਲ ਸੇਵਾ ਦੀ ਵੀ ਹੋਵੇ। ਤੇ ਮਹਾਰਾਜ ਕਹਿੰਦੇ ਕਾਮ ਨਾ ਬਿਸਰਿਓ, ਕ੍ਰੋਧ ਨਾ ਬਿਸਰਿਓ, ਲੋਭ ਨਾ ਛੂਟਿਓ ਦੇਵਾ, ਪਰ ਨਿੰਦਾ ਮੁਖ ਤੇ ਨਹੀਂ ਛੂਟੀ, ਨਿਫਲ ਭਈ ਸਭ ਸੇਵਾ। ਜੇ ਤੂੰ ਗੁਣ ਧਾਰਨ ਨਹੀਂ ਕੀਤੇ, ਵਕਾਰਾਂ ਤੋਂ ਖਹਿੜਾ ਨਹੀਂ ਛਡਾਇਆ, ਤੂੰ ਉਸੇ ਤਰ੍ਹਾਂ ਨਿੰਦਿਆ ਕਰਦਾ ਫਿਰਦਾ, ਕਾਮੀ ਬਣਿਆ ਫਿਰਦਾ ਹੈ, ਤੇਰੇ ਸੇਵਾ ਕਰਨ ਦਾ ਵੀ ਕੋਈ ਅਰਥ ਨਹੀਂ ਹੈ। ਮੱਥਾ ਟੇਕਦੇ ਆ ਤੇ ਮਹਾਰਾਜ ਕਹਿੰਦੇ ਸਲਾਮ ਜਵਾਬ ਦੋਵੇਂ ਕਰੇ, ਮੁੰਡੋ ਕੁੱਥਾ ਜਾਏ। ਤੂੰ ਮੱਥਾ ਵੀ ਟੇਕਦਾ ਹੈ, ਗੁਰੂ ਦੀ ਗੱਲ ਨਹੀਂ ਮੰਨਦਾ ਪਿਆ, ਤੇ ਮੱਥੇ ਟੇਕਣ ਦਾ ਵੀ ਕੋਈ ਅਰਥ ਨਹੀਂ ਹੈਗਾ। ਪਰ ਹੁਣ ਇਹਦਾ ਇਹ ਮਤਲਬ ਆ ਵੀ ਅਸੀਂ ਮੱਥਾ ਟੇਕਣਾ ਬੰਦ ਕਰ ਦਈਏ, ਹੁਣ ਇਹਦਾ ਇਹ ਮਤਲਬ ਆ ਵੀ ਸੇਵਾ ਕਰਨੀ ਬੰਦ ਕਰ ਦਈਏ। ਸੇਵਾ ਕਰਨੀ ਚਾਹੀਦੀ ਹੈ, ਮੱਥਾ ਟੇਕਣਾ ਚਾਹੀਦਾ ਹੈ, ਪਰ ਨਾਲ ਇਹ ਵੀ ਧਿਆਨ ਰੱਖਣਾ ਚਾਹੀਦਾ ਵੀ ਭਲਿਆ ਕੱਲਾ ਮੱਥਾ ਸਰੀਰ ਕਰਕੇ ਹੀ ਨਾ ਟੇਕੀ, ਗੁਰੂ ਦੀ ਗੱਲ ਵੀ ਮੰਨੀ। ਕੱਲੀ ਸੇਵਾ ਸਰੀਰ ਕਰਕੇ ਹੀ ਨਾ ਕਰੀ, ਆ ਜਿਹੜੇ ਔਗਣ ਨੇ ਇਹ ਵੀ ਛੱਡਦਾ ਜਾਈ, ਨਹੀਂ ਤੇ ਸੇਵਾ ਦਾ ਅਰਥ ਨਹੀਂ ਰਹਿਣਾ। ਇਸੇ ਤਰ੍ਹਾਂ ਸਾਧ ਸੰਗਤ ਇਹਦਾ ਇਹ ਮਤਲਬ ਨਹੀਂ ਵੀ ਅਸੀਂ ਜਪਣਾ ਬੰਦ ਕਰ ਦੇਣਾ ਹੈ, ਜਪਣਾ ਹੈ, ਪਰ ਨਾਲ ਇਹ ਧਿਆਨ ਰੱਖਣਾ ਵੀ ਜਪਣ ਦੇ ਨਾਲ ਨਾਲ ਜਿਹਨੂੰ ਜਪਦਾ ਪਿਆ ਹੈ ਉਹਦੇ ਗੁਣ ਧਾਰਨ ਵੀ ਕਰਦਾ ਜਾਈ। ਜੇ ਵਾਹਿਗੁਰੂ ਪਰਉਪਕਾਰੀ ਹੈ, ਤੂੰ ਵੀ ਪਰਉਪਕਾਰੀ ਬਣ। ਜੇ ਵਾਹਿਗੁਰੂ ਨਿਰਭਉ ਹੈ, ਉਸ ਨਿਰਭਉ ਵਾਲੇ ਗੁਣ ਨੂੰ ਆਪਣੇ ਜੀਵਨ 'ਤੇ ਧਾਰਨ ਕਰਨ ਦਾ ਯਤਨ ਕਰ। ਔਰ ਇਹ ਦੋਨੋਂ ਚੀਜ਼ਾਂ ਨਾਲ ਨਾਲ ਚੱਲਣਗੇ, ਯਤਨ ਵੀ ਹੋਣਗੇ ਤੇ ਨਾਲ ਉਹਦੀ ਕਿਰਪਾ। ਅਗਲੀ ਪੰਕਤੀ ਵਿੱਚ ਮਹਾਰਾਜ ਇਹ ਵੀ ਫਰਮਾਉਂਦੇ ਨੇ। ਪਹਿਲਾਂ ਥੋੜ੍ਹੇ ਜਿਹੇ ਇੱਥੇ ਰੁਕੇ ਆ। ਮਹਾਰਾਜ ਕਹਿੰਦੇ ਏਤ ਰਾਹੇ ਪਤ ਪਵੜੀਆ ਚੜੀਏ ਹੋਏ 21। ਇਹ ਜਪਣਾ ਕੀ ਹੈ, ਇਹ ਉਸ ਪਤੀ ਤੱਕ ਪਹੁੰਚਣ ਵਾਸਤੇ ਪੌੜੀਆਂ ਨੇ। ਤੇ ਇਹ ਪੌੜੀਆਂ 'ਤੇ ਚੜ੍ਹਨਾ ਜ਼ਰੂਰੀ ਆ। ਜੇ ਕੋਠੇ 'ਤੇ ਚੜ੍ਹਨਾ ਹੋਵੇ ਨਾ, ਪੌੜੀਆਂ ਤਾਂ ਚਾਹੀਦੀਆਂ ਨੇ, ਪਰ ਹਾਂ ਜਿੱਦਣ ਕੋਠੇ 'ਤੇ ਚੜ੍ਹ ਗਏ ਉਦਣ ਫਿਰ ਅਸੀਂ ਪੌੜੀਆਂ 'ਤੇ ਨਹੀਂ ਖੜ੍ਹੇ, ਉਦੋਂ ਕੋਠੇ 'ਤੇ ਖੜ੍ਹੇ ਹਾਂ। ਪੌੜੀਆਂ ਛੁੱਟ ਜਾਂਦੀਆਂ, ਪੌੜੀਆਂ ਪਿੱਛੇ ਰਹਿ ਜਾਂਦੀਆਂ। ਇਸੇ ਤਰ੍ਹਾਂ ਜ਼ਬਾਨ ਤੋਂ ਤਾਂ ਜਪਣਾ ਹੀ ਪੈਣਾ ਹੈ। ਔਰ ਬੜੀ ਵਾਰੀ ਗੁਰਬਾਣੀ ਵਿੱਚ ਜ਼ਬਾਨ ਕਰਕੇ ਜਪਣ ਦੀ ਗੱਲ ਕੀਤੀ ਹੈ। ਕਬੀਰ ਮੇਰੀ ਸਿਮਰਨੀ ਰਸਨਾ, ਰਸਨਾ ਦਾ ਅਰਥ ਕੀ ਹੈ, ਜੀਭ, ਜ਼ਬਾਨ। ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ, ਆਦ ਜੁਗਾਦੀ ਸਗਲ ਭਗਤ ਤਾਕੋ ਸੁਖ ਬਿਸਰਾਮ। ਭਗਤ ਕਬੀਰ ਜੀ ਕਹਿੰਦੇ ਮੇਰੇ ਵਾਸਤੇ ਮਾਲਾ ਪਤਾ ਕੀ ਹੈ, ਆ ਮੇਰੀ ਜ਼ਬਾਨ ਹੀ ਮੇਰੀ ਮਾਲਾ ਹੈ। ਮੈਂ ਜ਼ਬਾਨ ਤੋਂ ਵਾਰ-ਵਾਰ ਵਾਹਿਗੁਰੂ ਜਪਦਾ। ਹਾਲਾਂਕਿ ਇੱਥੇ ਅਨੇਕਾਂ ਵਾਰੀ ਕਿਹਾ ਹੈ, ਅਤੇ ਕਈ ਵਾਰੀ ਨਾ ਅਸੀਂ ਗਿਣਤੀਆਂ ਵਿੱਚ ਕਈ ਪੈ ਜਾਂਦੇ, ਕਈ ਗਿਣਤੀਆਂ ਦਾ ਖੰਡਨ ਕਰਦੇ ਆ। ਗਿਣਤੀਆਂ ਦਾ ਖੰਡਨ ਕਰਨਾ ਵੀ ਗਲਤ ਹੈ ਅਤੇ ਗਿਣਤੀਆਂ 'ਚ ਪੈਣਾ ਵੀ ਗਲਤ ਹੈ। ਤੁਸੀਂ ਕਹੋਗੇ ਵੀ ਇਹ ਕੀ ਗੱਲ ਹੋਈ। ਵੇਖੋ, ਜੇ ਤਾਂ ਅਸੀਂ ਗਿਣਤੀਆਂ ਕਿਸੇ ਲਾਲਚ ਵਸ ਕਰਦੇ ਪਏ ਹਾਂ ਵੀ 101 ਮਾਲਾ ਕਰ ਲਵਾਂਗੇ ਅਤੇ ਫਲਾਣਾ ਕੁਝ ਹੋ ਜਾਊਗਾ, 101 ਮਾਲਾ ਕਰ ਲਵਾਂਗੇ ਅਤੇ ਮੇਰਾ ਪੁੱਤ ਨੌਕਰੀ ਲੱਗ ਜਾਊਗਾ, ਇਸ ਲਾਲਸਾ ਦੇ ਅਧੀਨ ਕਰਦੇ ਪਏ ਹਾਂ ਅਤੇ ਗੁਣ ਕਮਾਉਣ ਦਾ ਯਤਨ ਨਹੀਂ ਕਰਦੇ ਪਏ, ਅਤੇ ਫਿਰ ਮਹਾਰਾਜ ਕਹਿੰਦੇ ਆ ਵਾਰ-ਵਾਰ ਤੂੰ ਮਾਲਾ ਫੜ ਕੇ ਜਪਦਾ ਫਿਰਦਾ, ਇਹ ਫਾਇਦਾ ਕੀ ਹੈ। ਪਰ ਹਾਂ, ਜੇ ਅਸੀਂ ਇਹ ਮਕਸਦ ਲੈ ਕੇ ਚੱਲੇ ਆ ਨਾ, ਮੈਂ ਆਪਣੇ ਵਾਹਿਗੁਰੂ ਜੀ ਦੇ ਵਿੱਚ ਅਭੇਦ ਹੋਣਾ ਹੈ, ਵਾਹਿਗੁਰੂ ਜੀ ਨੂੰ ਮਿਲਣਾ ਹੈ, ਅਤੇ ਕਈ ਵਾਰੀ ਸ਼ੁਰੂਆਤ ਦੇ ਵਿੱਚ ਜਗਿਆਸੂ ਕੀ ਕਰਦਾ ਹੈ ਕਿ ਆਪਣੇ ਆਪ ਨੂੰ ਗਿਣਤੀਆਂ 'ਚ ਬੰਨ੍ਹ ਲੈਂਦਾ ਵੀ ਮੈਂ ਇੰਨੇ ਜਪਜੀ ਸਾਹਿਬ ਦੇ ਪਾਠ ਕਰਨੇ ਆ, 10 ਜਪਜੀ ਸਾਹਿਬ ਦੇ ਪਾਠ ਕਰਨੇ, 25 ਜਪਜੀ ਸਾਹਿਬ ਦੇ ਪਾਠ ਕਰਨੇ ਆ। ਇਹ ਕਿਉਂ ਕੀਤਾ ਜਾਂਦਾ ਹੈ? ਇਹ ਇਸ ਕਰਕੇ ਕੀਤਾ ਜਾਂਦਾ ਹੈ ਕਿਉਂਕਿ ਸਾਧ ਸੰਗਤ, ਜਦੋਂ ਅਸੀਂ ਧਰਮ ਦੀ ਸ਼ੁਰੂਆਤ ਕਰਦੇ ਹਾਂ ਨਾ, ਸਾਡਾ ਮਨ ਜਪਣ ਨੂੰ ਰਾਜੀ ਨਹੀਂ ਹੁੰਦਾ। ਜੇ ਅਸੀਂ ਸਿੱਧਾ ਕਹਿ ਦਈਏ ਨਾ ਵੀ ਚਲੋ ਜਿੰਨਾ ਮਨ ਕਹਿੰਦਾ ਉਨਾ ਜਪ ਲੈਂਦੇ ਹਾਂ, ਅਤੇ 2 ਮਿੰਟ ਬਾਅਦ ਮਨ ਨੇ ਕਹਿਣਾ ਚੱਲ ਯਾਰ ਬਸ ਕਰ, ਬਾਕੀ ਕੱਲ੍ਹ ਨਹੀਂ ਜਪਦੇ ਹਾਂ। ਮਨ ਨੇ ਫਿਰ ਨਹੀਂ ਜਪਣਾ। ਪਰ ਜਿਹੜੇ ਜਗਿਆਸੂ ਜਨ ਨੇ, ਸ਼ੁਰੂਆਤ ਦੇ ਵਿੱਚ ਫਿਰ ਉਹ ਆਪਣੇ ਆਪ ਨੂੰ ਗਿਣਤੀਆਂ 'ਚ ਇਸ ਕਰਕੇ ਬੰਨ੍ਹ ਲੈਂਦੇ ਨੇ ਵੀ ਜੇ ਮਨ ਢੀਠਤਾ ਵੀ ਵਰਤੂਗਾ ਅਤੇ ਘੱਟੋ ਘੱਟ ਇਹਨੂੰ ਪਤਾ ਹੋਊਗਾ ਵੀ 25 ਪਾਠ ਕਰਨ ਤੋਂ ਪਹਿਲਾਂ ਮੇਰਾ ਖਹਿੜਾ ਨਹੀਂ ਛੁੱਟਣਾ। ਉਸ ਬਹਾਨੇ ਨਾਲ ਘੱਟੋ ਘੱਟ ਓਨਾ ਸਮਾਂ ਬਹਿ ਤਾਂ ਜਾਵੇਗਾ ਨਾ। ਪਰ ਹਾਂ, ਇਹ ਨਹੀਂ ਵੀ ਇਹਨੂੰ ਮਕਸਦ ਮੰਨ ਲੈਣਾ ਹੈ। 40 ਸਾਲ ਹੋ ਗਏ ਅਤੇ ਤੂੰ ਗਿਣਤੀਆਂ 'ਚੋਂ ਨਿਕਲ ਹੀ ਨਹੀਂ ਸਕਿਆ, ਅਤੇ ਫੇਲ ਆ ਤੂੰ। ਫਿਰ ਤੂੰ ਅੱਗੇ ਹੀ ਨਹੀਂ ਵੱਧ ਸਕਿਆ। ਇੱਕ ਪੌੜੀ 'ਤੇ ਚੜ੍ਹਿਆ, ਅਗਲੀ 'ਤੇ ਵੀ ਚੜ੍ਹਨਾ, ਉਸ ਤੋਂ ਅਗਲੀ 'ਤੇ ਵੀ ਚੜ੍ਹ, ਉਸ ਤੋਂ ਅਗਲੀ 'ਤੇ ਵੀ ਚੜ੍ਹ। 40 ਸਾਲ ਹੋ ਗਏ, ਅੱਜ ਵੀ ਤੈਨੂੰ ਗਿਣਤੀਆਂ ਹੀ ਵਰਤਣੀਆਂ ਪੈ ਰਹੀਆਂ, ਫਿਰ ਇਹਦਾ ਮਤਲਬ ਤਰੱਕੀ ਨਹੀਂ ਹੋਈ ਤੇਰੀ ਅਜੇ। ਇਸ ਕਰਕੇ ਮਹਾਰਾਜ ਕਹਿੰਦੇ ਇਹ ਜਪਣਾ ਕੀ ਹੈ, ਇਹ ਵਾਹਿਗੁਰੂ ਜੀ ਦੇ ਉਸ ਅਭੇਦ ਹੋਣ ਵਾਸਤੇ ਜਿਹੜੀ ਉਹ ਮੰਜ਼ਿਲ ਹੈ, ਵਾਹਿਗੁਰੂ ਜੀ 'ਚ ਅਭੇਦਤਾ ਵਾਲੀ ਜਿਹੜੀ ਮੰਜ਼ਿਲ ਹੈ, ਉੱਥੋਂ ਤੱਕ ਪਹੁੰਚਣ ਵਾਸਤੇ ਇਹ ਪੌੜੀਆਂ ਹੈ। ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ, ਆਦ ਜੁਗਾਦੀ ਸਗਲ ਭਗਤ ਤਾਕੋ ਸੁਖ ਬਿਸਰਾਮ। ਕਬੀਰ ਕੇਸੋ ਕੂਕੀ ਹੈ। ਕੂਕੀ ਇਹਦਾ ਮਤਲਬ ਕੀ ਹੈ? ਹੁਣ ਵੀ ਕੂਕ, ਜ਼ਬਾਨ ਕਰਕੇ ਕੂਕ,
कबीर केसो केसो कूकीए ना सोईए आसार, रात दिवस कै कूकना कबहू कह सुने पुकार। कदी तो सुनेगा ना, तू कूक तां सही अमृत वेले उठ के, उन्होंने बोल तां सही। रसना नाम जपै तब मथी है। महाराज कहते रसना तो जप, उचराओ राम नाम लख वारी। हुण उचराओ का मतलब की है, ਜ਼ਬਾਨ तो उचारण करना। इस करके महाराज कहते ने कि ਜ਼ਬਾਨ तो जप, अनेकां वारी जप। तो जिवें जिवें जपदे आ, जिवें जिवें जपदे आ ना, जिवें जिवें तरक्की होवेगी। तो भाई वीर सिंह जी कहते तरक्की की निशानी पता की है, तू एक बारी वाहिगुरू आख्या, तैनूं फिर वाहिगुरू करन दा जे जी करदा पिया, मतलब तू तरक्की कर रहा। पर जे वाहिगुरू वाहिगुरू कह के तू कवें चल यार हुण तां मैं अक जे गया, ਇਹਦਾ मतलब तरक्की नहीं हो रही। तरक्की की है भी एक बारी वाहिगुरू आख्या, दूसरी बार फिर कहन नूं जी करे, फिर कहन नूं जी करे, फिर कहन नूं जी करे। और इस तरह करदियां करदियां महाराज कहंदे गुरमुख रोम रोम हर ध्यावै, फिर रोम रोम करके ध्याउंदा है। पर ये जिहड़ा जपना है महाराज कहंदे ने, ये उस वाहिगुरू जी तक पहुँचण दीयां पौड़ियां ने। इहनूं मंजिल नहीं समझ लैना भी ये ना सोचो भी मैं हुण जपदा पिया है तो बस मैं संत बन गया। महाराज कहंदे अगे वधना है, वधदा रहे वधदा रहे वधदा रहे, तो उन्नी देर तक बैठी ना जिन्नी देर तक वाहिगुरू च अभेद नहीं हो जाता। हाँ जिद्दन अभेद हो गया, जिवें आपां गल कीती ना, जदों कोठे ते चढ़ जाईदा पौड़ियां पिछे रह जांदियां, जदों अभेद हो गए ना वाहिगुरू जी विच, फिर उदों ਜ਼ਬਾਨ तो बोल भावें ना भी रहे होईए, फिर अंदर अपने आप सिमरन चलदा, अपने आप चलेगा। फिर उदन ਜ਼ਬਾਨ तो बोलण दी लोड़ भी नहीं रहिंदी, उदन अपने आप चलदा है, उदन फिर रोम रोम पुकारदा है। तो महाराज कहंदे ये पौड़ियां ने, एत राहे पत पवड़िया, पति तक पहुँचण दियां ये पौड़ियां ने। चढ़िए होए अकीस, तो इन्हां ते चढ़ के ही फिर वाहिगुरू च अभेद हो सकीदा है। तो इत्थों आपां ये सिक्ख्या लैनी आ कि असी रोज़ जपीए पर नाल नाल गुण भी धारण करते जाइए। पौड़ियां ते चढ़न दा मतलब यही है ना, भी इंज तां नहीं भी जे पौड़ियां हैगियां तो पहली पौड़ी ते चढ़ के बह ही जाओ, पौड़ी मल के बह जाओ। हुण एक ही पौड़ी ते मल के बह जाओ, कोठे ते कदी नहीं चढ़ सकोगे। जे बस एक बारी तू ਜ਼ਬਾਨ करके जपना शुरू कर दिता तो इनू ही सब कुछ समझ लिया, तू अगे तरक्की नहीं कर सकेगा। महाराज कहते जपदा रहे पर नाल नाल गुणां नूं धारण करन दा अभ्यास भी करदा रहे। तो वाहिगुरू वाहिगुरू वार वार ਜ਼ਬਾਨ तो इस करके कहना है ताकि अपने हिरदे नूं ये एहसास कराउणा है कि मेरा वाहिगुरू है, मेरा वाहिगुरू है, मेरा वाहिगुरू है, मेरा वाहिगुरू है। इस मन नूं वाहिगुरू दी होंद दा एहसास कराउणा है बस। इस करके इहदा अभ्यास कीता जांदा है, वार वार कीता जांदा है। तो ये तराहे पत पवड़िया, चढ़िए हुए अकीस, ये जपना की है, वाहिगुरू जी पति तक पहुँचण वास्ते ये पौड़ियां ने। तो इन्हां ते चढ़ के फिर वाहिगुरू विच अभेद हो जाईदा है। सुन गल्ला आकाश की कीटा आई रीस। एक पासे तो वो सज्जन जेड़े इन्हां पौड़ियां ते चढ़ चढ़ के वाहिगुरू च अभेद हो गए, ते जेड़े अभेद हो गए वो की ने, वो अरछां वाले आकाछां वाले भाव उच्ची अवस्था वाले। तो महाराज कहते कई बारी पता की हुंदा है कि आकाश दे विच उड्डदियां नूं देख के ना फिर जेड़े कीड़े ने ना वो भी रीसां करदे ने भी असीं भी उड्डना है, वो भी रीसां करदे आ। कहण तो भाव की आ भी इन्हां पौड़ियां ते चढ़ चढ़ के चंगी घालना कर करके जेड़े वाहिगुरू जी च अभेद हो गए, इस उच्ची अवस्था तक पहुँच गए, फिर उन्हां नूं देख के ना कई पखंडियां नूं रीस आउंदी आ भी मैं भी उहदे वर्गा संत बनना है। फिर वो आपदे नाम अगे संत फलाना फलाना सिंह 108 ब्रह्म ज्ञानी इंज लवा लैंदे ने। हुण अज वेखो किन्ने डेरेदार रीसां ही करदे फिरदे ने ना, गुरु नानक दीयां रीसां करदे फिरदे ने, नाल बराबर गद्दियां ला के बहिंदे ने। किसी ने अपने लाल कंधां वाले डेरे बना ले, किसी ने अपने आप नूं कोई सच्चे सौदे वाला दसदा, ये रीसां ही करदे पए ने ना। ये कहण तो भाव की आ भी अरछां वालियां नूं देख के कीड़ियां नूं भी रीस आ जांदी आ भी असीं भी वो कुछ बनना है। महाराज कहंदे सुन गल्लां आकाश की, उच्चियां दियां उच्ची अवस्था वालियां दियां गल्लां सुन के ना फिर जेड़े कीड़े भाव औगणा भरे भी जेड़े लोग ने, जिन्हां दी कोई अवस्था बनी नहीं, कोई संत बने नहीं, पर फिर भी वो रीसां करदे आ। ते अज किन्नियां रीसां चलदियां पईयां संसार दे विच। तो महाराज कहंदे एवें फिर कीटा आई रीस, कई कीड़ियां नूं भाव नीवें जीवन वालियां नूं भी फिर रीसां चढ़ जांदियां ने। हंसां देख तरंदियां बग्गा आया चाओ,
ਉਹ ਡੁੱਬ ਮੂਏ ਬੱਗ ਬੱਪੜੇ ਸਿਰ ਤਲ ਉੱਪਰ ਪਾਓ। ਹੰਸਾਂ ਨੂੰ ਤਰਦਿਆਂ ਵੇਖ ਕੇ ਨਾ ਬਗਲਿਆਂ ਨੂੰ ਚਾਅ ਚੜ੍ਹ ਜਾਂਦਾ ਵੀ ਅਸੀਂ ਵੀ ਇਹਨਾਂ ਵਾਂਗ ਤਰਨਾ ਹੈ। ਪਰ ਮਹਾਰਾਜ ਕਹਿੰਦੇ ਉਹਨਾਂ ਵਾਂਗੂ ਤਰਨ ਦੀ ਜਦੋਂ ਕੋਸ਼ਿਸ਼ ਕਰਦੇ ਨੇ ਸਿਰ ਥੱਲੇ ਤੇ ਪੈਰ ਉੱਤੇ ਹੁੰਦੇ ਨੇ। ਆਹੀ ਹਾਲਾਤ ਇਹਨਾਂ ਪਖੰਡੀਆਂ ਦੇ ਹੁੰਦੇ ਨੇ ਸਾਧ ਸੰਗਤ। ਫਿਰ ਇਹਨਾਂ ਦੇ ਬਲਾਤਕਾਰੀਆਂ ਦੇ ਕੇਸ ਚੱਲਦੇ ਨੇ। ਉਹੀ ਹੋ ਗਿਆ ਨਾ ਗੱਲ ਵੀ ਸਿਰ ਥੱਲੇ ਤੇ ਲੱਤਾਂ ਉੱਪਰ ਹੋ ਗਈਆਂ। ਤੋ ਰੀਸਾਂ ਕਰਦੇ ਨੇ ਮਹਾਰਾਜ ਕਹਿੰਦੇ। ਆਕਾਸ਼ ਅਰਸ਼ਾਂ ਉੱਚੀ ਅਵਸਥਾ ਵਾਲਿਆਂ ਬਾਰੇ ਸੁਣ ਕੇ ਫਿਰ ਜਿਹੜੇ ਪਖੰਡੀ ਨੇ ਨੀਵੇਂ ਜੀਵਨ ਵਾਲੇ ਨੇ ਉਹਨਾਂ ਨੂੰ ਵੀ ਫਿਰ ਰੀਸ ਆਉਂਦੀ ਹੈ ਜੀ। ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ। ਸੋ ਇਸ ਕਰਕੇ ਮਹਾਰਾਜ ਕਹਿੰਦੇ ਰੀਸਾਂ ਕਰਕੇ ਵਾਹਿਗੁਰੂ ਨਹੀਂ ਮਿਲਣਾ ਤੇ ਨਾ ਹੀ ਇੰਜ ਮਿਲਣਾ ਜੇ ਕੋਈ ਕਵੇ ਵੀ ਮੈਂ ਜ਼ੋਰ ਲਾ ਕੇ ਵਾਹਿਗੁਰੂ ਨੂੰ ਪਾ ਲਾਂਗਾ। ਨਹੀਂ, ਆਹ ਗੱਲ ਬੜੀ ਧਿਆਨ ਦੇ ਕੇ ਸੁਣਿਓ। ਫਿਰ ਉਹਦੇ ਨਾਲ ਵੀ ਜੋੜਿਓ ਗੱਲ ਕਿ ਜ਼ੁਬਾਨ ਤੋਂ ਜਪਣਾ ਹੈ, ਪਰ ਜ਼ੁਬਾਨ ਤੋਂ ਜਪਣਾ ਕੀ ਹੈ? ਬਸ ਪੌੜੀਆਂ ਨੇ। ਪਰ ਜੇ ਕੋਈ ਕਵੇ ਵੀ ਇੰਜ ਕਰਕੇ ਮੈਨੂੰ ਰੱਬ ਮਿਲ ਜੂ, ਮਹਾਰਾਜ ਕਹਿੰਦੇ ਨਹੀਂ। ਰੱਬ ਕਿਵੇਂ ਮਿਲੂਗਾ? ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ। ਰੱਬ ਮਿਲੂਗਾ ਉਹਦੀ ਬਖਸ਼ਿਸ਼ ਨਾਲ। ਇਹ ਮਹਾਰਾਜ ਨੇ ਸਾਡੀ ਹਉਮੈ ਨੂੰ ਵੀ ਚਕਨਾਚੂਰ ਕਰ ਦਿੱਤਾ। ਜੇ ਕੋਈ ਕਵੇ ਨਾ ਮੈਂ ਇੰਨੇ ਘੰਟੇ ਜਾਪ ਕਰਕੇ ਰੱਬ ਨੂੰ ਪਾ ਲਾਂਗਾ, ਮਿਹਨਤਾਂ ਕਰਕੇ ਰੱਬ ਨੂੰ ਪਾ ਲਾਂਗਾ, ਤੇ ਗੁਰੂ ਸਾਹਿਬ ਕਹਿੰਦੇ ਏਕ ਨੇ ਹੀ ਦਾਤ ਆਪਸ ਤੇ ਜੋ ਪਾਈ ਹੈ। ਉਹ ਦਾਤ ਹੀ ਕੀ ਹੈ? ਜਿਹੜੀ ਤੂੰ ਮਿਹਨਤ ਕਰਕੇ ਲੈ ਲਈ ਹੈ। ਉਹ ਫਿਰ ਦਾਤ ਥੋੜ੍ਹੀ ਹੋਈ। ਦਾਤ ਤਾਂ ਉਹ ਹੁੰਦੀ ਆ ਵੀ ਜਿਹੜੀ ਰੱਬ ਨੇ ਖੁਸ਼ ਹੋ ਕੇ ਤੈਨੂੰ ਦੇਤੀ, ਖੁਸ਼ ਹੋ ਕੇ ਦੇਤੀ। ਇਸ ਕਰਕੇ ਮਹਾਰਾਜ ਕਹਿੰਦੇ ਰੱਬ ਜਿਹੜਾ ਹੈ ਨਾ, ਠੀਕ ਹੈ ਅਸੀਂ ਘਾਲਣੀ ਹੈ, ਆਪਦੇ ਵੱਲੋਂ ਜ਼ੋਰ ਲਾਉਣੇ ਨੇ ਤੇ ਜ਼ੋਰ ਲਾਉਣ ਦੇ ਯਤਨ ਕਰਨੇ ਨੇ। ਤੇ ਉਹਦੇ ਨਾਲ ਬਸ ਕੀ ਹੋਊਗਾ? ਉਹਦੇ ਨਾਲ ਇਹ ਹੋਊਗਾ ਵੀ ਅਸੀਂ ਉਹਦੀ ਬਖਸ਼ਿਸ਼ ਦੇ ਪਾਤਰ ਬਣ ਜਾਵਾਂਗੇ। ਬਸ ਆਹ ਕੁਝ ਹੋਣਾ ਹੈ। ਪਰ ਇਹ ਨਹੀਂ ਮਨ 'ਚ ਲਿਆਉਣਾ ਵੀ ਮੈਂ ਜ਼ੋਰ ਦੇ ਨਾਲ ਜਾਂ ਮੈਂ ਇੰਨੇ ਉੱਦਮ ਕਰਕੇ ਮੈਂ ਇੰਨੇ ਘੰਟੇ ਬਹਿ ਕੇ ਉਹਨੂੰ ਪਾ ਲਾਂਗਾ। ਮਹਾਰਾਜ ਕਹਿੰਦੇ ਜੇ ਰੱਬ ਮਿਲਦਾ ਹੈ ਤੇ ਉਹਦੀ ਬਖਸ਼ਿਸ਼ ਨਾਲ ਹੀ ਮਿਲਦਾ ਹੈ, ਉਂਝ ਨਹੀਂ ਮਿਲਦਾ। ਭਾਵੇਂ ਜਪੀ ਜਾ 5-5 ਘੰਟੇ ਜਪੀ ਜਾ, ਜੇ ਉਹਦੀ ਬਖਸ਼ਿਸ਼ ਨਹੀਂ ਹੋਈ ਤੇ ਸਾਰੀ ਜ਼ਿੰਦਗੀ ਲਾ ਦਿਓ, ਰੱਬ ਨਹੀਂ ਮਿਲ ਸਕਦਾ। ਇਸ ਕਰਕੇ ਨਾਨਕ ਨਦਰੀ ਪਾਈ ਹੈ। ਨਦਰੀ ਤੋਂ ਭਾਵ ਬਖਸ਼ਿਸ਼ ਦੇ ਨਾਲ, ਬਖਸ਼ਿਸ਼ ਦੇ ਨਾਲ ਹੀ ਮਿਲਦਾ ਹੈ। ਪਰ ਜੇ ਕੋਈ ਕਵੇ ਕਿ ਮੈਂ ਜ਼ੋਰ ਲਾ ਕੇ ਰੱਬ ਪਾ ਲਿਆ, ਮਹਾਰਾਜ ਕਹਿੰਦੇ ਜਿਹੜਾ ਕੋਈ ਇਹ ਕਵੇ ਨਾ ਰੱਬ ਦੀ ਬਖਸ਼ਿਸ਼ ਤੋਂ ਬਿਨਾਂ ਮੈਂ ਆਪ ਹੀ ਜ਼ੋਰ ਲਾ ਕੇ ਰੱਬ ਪਾ ਲਿਆ, ਮਹਾਰਾਜ ਕਹਿੰਦੇ ਫਿਰ ਉਹ ਕੀ ਹੈ? ਉਹ ਕੂੜੀ ਕੂੜਾ ਠੀਸ। ਉਹ ਝੂਠੇ ਦੀ ਝੂਠੀ ਗੱਪ ਹੈ। ਕੂੜੀ ਠੀਸ ਦਾ ਅਰਥ ਹੈ ਝੂਠੀ ਗੱਪ, ਤੇ ਕੂੜਾ ਭਾਵ ਝੂਠੇ ਦੀ, ਕੂੜੀ ਕੂੜਾ ਠੀਸ। ਜੇ ਕੋਈ ਕਵੇ ਵੀ ਮੈਂ ਜ਼ੋਰ ਲਾ ਕੇ ਰੱਬ ਪਾ ਲਿਆ, ਇਹ ਕਹਿਣਾ ਕੀ ਹੈ? ਇਹ ਝੂਠੇ ਦੀ ਝੂਠੀ ਗੱਪ ਹੈ ਜੀ। ਆਖਣ ਜੋਰ ਚੁਪੈ ਨਹਿ ਜੋਰ। ਫਿਰ ਜਪਦਿਆਂ ਜਦੋਂ ਉੱਚੀ ਆਤਮਿਕ ਅਵਸਥਾ ਪਹੁੰਚਦੀ ਹੈ ਨਾ ਸਾਧ ਸੰਗਤ, ਜਦੋਂ ਉਹ ਅਵਸਥਾ ਨਹੀਂ ਸੀ, ਉਦੋਂ ਮਨੁੱਖ ਦੀ ਬਿਰਤੀ ਕੀ ਹੁੰਦੀ ਆ? ਆਹ ਕੁਝ ਆਹ ਮਨੁੱਖ ਨੇ ਕੀਤਾ, ਆਹ ਕੁਝ ਮੈਂ ਨਹੀਂ ਕੀਤਾ, ਆਹ ਉਹਨੇ ਕਰਤਾ। ਮੋਟਰਸਾਈਕਲ ਫਲਾਣਾ ਬੰਦਾ ਚਲਾਉਂਦਾ ਪਿਆ, ਆਹ ਕੁਝ ਉਹਨੇ ਬੋਲਤਾ। ਉਦੋਂ ਤੂੰ ਮੈਂ ਚੱਲਦੀ ਹੈ। ਪਰ ਜਿਵੇਂ ਜਿਵੇਂ ਸਾਡੀ ਆਤਮਿਕ ਅਵਸਥਾ ਉੱਚੀ ਹੋਵੇਗੀ, ਰੱਬ 'ਚ ਅਭੇਦ ਹੋ ਜਾਵਾਂਗੇ, ਫਿਰ ਉਦੋਂ ਇਹ ਗੱਲ ਸਮਝ ਲੱਗ ਜਾਂਦੀ ਹੈ ਕਿ ਬੋਲਣ ਵਿੱਚ ਆਪਣੀ ਮਰਜ਼ੀ ਨਹੀਂ ਚੱਲਦੀ, ਰੱਬ ਬੁਲਾਉਂਦਾ ਹੈ ਤੇ ਬੋਲਦਾ ਹੈ ਕੋਈ। ਆਪਣੇ ਜ਼ੋਰ ਨਾਲ ਨਹੀਂ ਬੋਲਿਆ ਜਾ ਸਕਦਾ, ਆਪਣੇ ਜ਼ੋਰ ਨਾਲ ਨਹੀਂ ਚੁੱਪ ਕੀਤਾ ਜਾ ਸਕਦਾ, ਆਪਣੇ ਜ਼ੋਰ ਨਾਲ ਨਹੀਂ ਮੰਗਿਆ ਜਾ ਸਕਦਾ, ਆਪਣੇ ਜ਼ੋਰ ਨਾਲ ਨਹੀਂ ਦਿੱਤਾ ਜਾ ਸਕਦਾ, ਆਪਣੇ ਜ਼ੋਰ ਨਾਲ ਨਹੀਂ ਜੀਵਿਆ ਜਾ ਸਕਦਾ। ਜੋ ਕੁਝ ਹੋ ਰਿਹਾ ਹੈ ਰੱਬ ਦੇ ਜ਼ੋਰ ਨਾਲ ਹੋ ਰਿਹਾ। ਤੇ ਮਹਾਰਾਜ ਨੇ ਦੇਖੋ ਕਈ ਵਾਰੀ ਇਹ ਮਨ ਦੇ ਵਿੱਚ ਆ ਜਾਂਦਾ ਵੀ ਕੀ ਇਹ ਗੱਲਾਂ ਸੱਚੀਆਂ? ਹੁਣ ਦੇਖੋ ਆਖਣ ਜ਼ੋਰ, ਆਪਦੇ ਜ਼ੋਰ ਦੇ ਨਾਲ ਆਖਿਆ ਨਹੀਂ ਜਾ ਸਕਦਾ। ਚੁੱਪੈ ਨਹਿ ਜ਼ੋਰ, ਤੇ ਆਪਦੇ ਜ਼ੋਰ ਨਾਲ ਚੁੱਪ ਵੀ ਨਹੀਂ ਰਿਹਾ ਜਾ ਸਕਦਾ। ਥੋੜ੍ਹਾ ਜਿਹਾ ਜ਼ਿੰਦਗੀ 'ਚ ਤਜਰਬਾ ਕਰਕੇ ਵੇਖੋ। ਕਈ ਵਾਰੀ ਇੰਝ ਹੁੰਦਾ ਹੈ ਨਾ ਕਿ ਕਈ ਵਾਰੀ ਅਸੀਂ ਕੁਝ ਬੋਲਣਾ ਨਹੀਂ ਸੀ ਚਾਹੁੰਦੇ ਹੁੰਦੇ, ਆਪਾਂ ਕਹਿ ਦਿੰਦੇ ਮੈਂ ਆਹ ਕੁਝ ਬੋਲਣਾ ਨਹੀਂ ਸੀ ਚਾਹੁੰਦਾ ਹੁੰਦਾ, ਪਰ ਬੋਲਿਆ ਗਿਆ। ਇਹਦਾ ਮਤਲਬ ਆਪਣੇ ਜ਼ੋਰ ਨਾਲ ਨਹੀਂ ਬੋਲਿਆ ਗਿਆ, ਕੋਈ ਜ਼ੋਰ ਵਰਤਿਆ ਤਾਂ ਬੋਲਿਆ ਗਿਆ। ਤੂੰ ਚਾਹੁੰਦਾ ਨਹੀਂ ਸੀ ਬੋਲਣਾ ਪਰ ਬੋਲਿਆ ਗਿਆ। ਤੇ ਕਈ ਵਾਰੀ ਕੁਝ ਬੋਲਣਾ ਚਾਹੁੰਦੇ ਆ, ਕੁਝ ਸਮਝਾਉਣਾ ਚਾਹੁੰਦੇ ਆ, ਪਰ ਆਪਾਂ ਕਹਿੰਦੇ ਆ ਯਾਰ ਮੈਂ ਬੋਲਣਾ ਤਾਂ ਉੱਥੇ ਚਾਹੁੰਦਾ ਸੀ, ਪਰ ਪਤਾ ਨਹੀਂ ਗੱਲ ਹੀ ਨਹੀਂ ਔੜੀ, ਉਦੋਂ ਚੇਤਾ ਜਿਹਾ ਹੀ ਨਹੀਂ ਆਇਆ ਵੀ ਆਹ ਕੁਝ ਬੋਲਣਾ ਸੀ। ਇਸ ਕਰਕੇ ਮਹਾਰਾਜ ਕਹਿੰਦੇ ਜ਼ੋਰ ਨਾਲ ਬੋਲਿਆ ਵੀ ਨਹੀਂ ਜਾ ਸਕਦਾ। ਕਿਸੇ ਬੰਦੇ ਨੇ ਇੱਕ ਬੰਦੇ ਨੂੰ ਧੋਖਾ ਦੇਤਾ, ਠੱਗੀ ਕਰ ਲਈ, ਤੇ ਜਿਸ ਬੰਦੇ ਨੂੰ ਧੋਖਾ ਦਿੱਤਾ ਉਹਨੇ ਮਨ ਵਿੱਚ ਵਿਉਂਤ ਬਣਾ ਲਈ ਵੀ ਮੈਂ ਉਹਦੇ ਘਰ ਜਾ ਕੇ ਉਹਦੀ ਬੇਇੱਜ਼ਤੀ ਕਰਕੇ ਆਉਣੀ ਹੈ, ਉਹਨੂੰ ਲਾਮਾ ਦੇ ਕੇ ਆਉਣਾ ਹੈ। ਪੂਰੀ ਤਿਆਰੀ ਕਰਕੇ ਭਾਈ ਉਹਦੇ ਘਰ ਪਹੁੰਚ ਗਿਆ ਵੀ ਮੈਂ ਜਾ ਕੇ 4 ਬੰਦਿਆਂ 'ਚ ਉਹਦੀ ਬੇਇੱਜ਼ਤੀ ਕਰਾਂਗਾ, 4 ਬੰਦੇ ਨਾਲ ਵੀ ਲੈ ਗਿਆ ਵੀ ਮੈਂ ਬੋਲਾਂਗਾ।
ਹੁਣ ਉਹਦੇ ਮਨ 'ਚ ਆ ਗਿਆ ਨਾ ਵੀ ਮੈਂ ਬੋਲ ਸਕਦਾ, ਪਰ ਜਦੋਂ ਉਹਦੇ ਘਰ ਗਿਆ ਤੇ ਉੱਥੇ ਜਾ ਕੇ ਕੀ ਹੋਇਆ ਵੀ ਉਹਨਾਂ ਦਾ ਕੋਈ ਬਜ਼ੁਰਗ ਚਲਾਣਾ ਕਰ ਗਿਆ ਸੀ ਤੇ ਇਹ ਵਿਚਾਰਾ ਉਵੇਂ ਹੀ ਮੁੜ ਕੇ ਆ ਗਿਆ ਵੀ ਨਹੀਂ ਬਈ ਭਾਣੀ ਐਵੇਂ ਦੇ ਵਾਪਰ ਗਏ, ਇਹਨਾਂ ਹਾਲਾਤਾਂ 'ਚ ਉਹਨੂੰ ਲਾਮਾ ਨਹੀਂ ਦਿੱਤਾ ਜਾ ਸਕਦਾ, ਚੱਲ ਛੱਡ ਪਰਾਂ। ਹੁਣ ਇਹ ਕੀ ਹੋਇਆ, ਮਤਲਬ ਆਖਣਾ ਚਾਹੁੰਦਾ ਸੀ ਪਰ ਆਖਿਆ ਨਹੀਂ ਗਿਆ, ਕਿਉਂਕਿ ਰੱਬ ਨੇ ਹੀ ਨਹੀਂ ਚਾਹਿਆ ਵੀ ਤੂੰ ਆਖੇ। ਇਸ ਕਰਕੇ ਮਹਾਰਾਜ ਕਹਿੰਦੇ ਆਪਣੇ ਜ਼ੋਰ ਨਾਲ ਬੋਲਿਆ ਵੀ ਨਹੀਂ ਜਾ ਸਕਦਾ ਤੇ ਆਪਣੇ ਜ਼ੋਰ ਦੇ ਨਾਲ ਚੁੱਪ ਵੀ ਨਹੀਂ ਕੀਤਾ ਜਾ ਸਕਦਾ। ਜੋਰ ਨਾ ਮੰਗਣ ਦੇਣ ਨਾ ਜੋਰ। ਮੰਗਣ ਵਿੱਚ ਵੀ ਆਪਣਾ ਜ਼ੋਰ ਨਹੀਂ ਚੱਲਦਾ। ਜੇ ਕੋਈ ਕਵੇ ਵੀ ਆਪਣੇ ਜ਼ੋਰ ਦੇ ਨਾਲ ਮੈਂ ਮੰਗ ਲਵਾਂਗਾ, ਰੱਬ ਕੀ ਕਲਾ ਵਰਤਾਉਂਦਾ ਵੀ ਭਾਵੇਂ ਕੋਈ ਜਿੰਨਾ ਮਰਜ਼ੀ ਲੋੜਵੰਦ ਹੋਵੇ, ਕਈ ਵਾਰੀ ਉਹਦੇ ਮਨ ਦੇ ਵਿੱਚ ਸ਼ਰਮ ਹੀ ਇੰਨੀ ਪਾ ਦਿੰਦਾ ਵੀ ਉਹਦੇ ਤੋਂ ਮੰਗਿਆ ਹੀ ਨਹੀਂ ਜਾਂਦਾ, ਭੁੱਖਾ ਕੱਟ ਲੈਂਦਾ ਜ਼ਿੰਦਗੀ। ਆਪਣੀ ਮਰਜ਼ੀ ਦੇ ਨਾਲ ਆਪਣੇ ਜ਼ੋਰ ਦੇ ਨਾਲ ਮੰਗਿਆ ਵੀ ਨਹੀਂ ਜਾ ਸਕਦਾ ਤੇ ਆਪਣੇ ਜ਼ੋਰ ਨਾਲ ਕਿਸੇ ਨੂੰ ਕੁਝ ਦਿੱਤਾ ਵੀ ਨਹੀਂ ਜਾ ਸਕਦਾ। ਕਈ ਕਰੋੜਾਂ ਦੇ ਮਾਲਕ ਹੁੰਦੇ ਨੇ ਪਰ ਰੱਬ ਨੇ ਉਹਨਾਂ ਦੇ ਮਨ 'ਚ ਫੁਰਨਾ ਹੀ ਨਹੀਂ ਪਾਇਆ ਵੰਡਣ ਦਾ। ਕਰੋੜਾਂ ਲੈ ਕੇ ਇੱਕ ਥੇਲੀ ਵੀ ਨਹੀਂ ਕਿਸੇ ਨੂੰ ਦੇ ਸਕਦੇ। ਕਿਉਂ? ਕਿਉਂਕਿ ਆਪਣਾ ਜ਼ੋਰ ਹੀ ਨਹੀਂ ਚੱਲਦਾ ਦੇਣ ਵਿੱਚ। ਮਹਾਰਾਜ ਕਹਿੰਦੇ ਜ਼ੋਰ ਨਾ ਮੰਗਣ, ਮੰਗਣ ਵਿੱਚ ਵੀ ਆਪਣਾ ਜ਼ੋਰ ਨਹੀਂ ਤੇ ਕੁਛ ਦੇਣ ਵਿੱਚ ਵੀ ਆਪਣਾ ਜ਼ੋਰ ਨਹੀਂ। ਦੇਖੋ ਇਹ ਗੱਲ ਸੱਚ ਵੀ ਹੈ ਤੇ ਅਸੀਂ ਆਪਣੀ ਹਉਮੈ ਨੂੰ ਵੀ ਦੂਰ ਕਰਨਾ ਹੈ। ਜੇ ਕੁਝ ਦਿੱਤਾ ਹੈ ਤੇ ਇਹ ਨਹੀਂ ਲਿਆਉਣਾ ਮੈਂ ਦਿੱਤਾ ਹੈ, ਇਹ ਰੱਬ ਦਾ ਜ਼ੋਰ ਵਰਤਿਆ ਤੇ ਦੇ ਪਾਏ ਆ। ਦੇਣ ਨਾ ਜ਼ੋਰ। ਮਹਾਰਾਜ ਕਹਿੰਦੇ ਆਪਣੀ ਮਰਜ਼ੀ ਦੇ ਨਾਲ ਕੁਝ ਦਿੱਤਾ ਵੀ ਨਹੀਂ ਜਾ ਸਕਦਾ। ਜੋਰ ਨਾ ਜੀਵਨ ਮਰਨ ਨਹਿ ਜੋਰ। ਆਪਣੇ ਜ਼ੋਰ ਦੇ ਨਾਲ ਜੀਵਨ ਵੀ ਨਹੀਂ ਮਿਲਦਾ ਤੇ ਆਪਣੇ ਜ਼ੋਰ ਨਾਲ ਮਰਿਆ ਵੀ ਨਹੀਂ ਜਾ ਸਕਦਾ। ਕਿੰਨੇ ਕਿੰਨੇ ਧਨਾੜ ਲੋਕ ਨੇ, ਬਾਦਸ਼ਾਹ ਵੀ ਹੋਵੇ ਨਾ ਤੇ ਇੰਨੀ ਧਨ ਦੌਲਤ ਲੈ ਕੇ ਕਵੇ ਵੀ ਮੈਂ ਜ਼ਿੰਦਗੀ ਇੰਨੀ ਧਨ ਦੌਲਤ ਨਾਲ ਖਰੀਦ ਲਵਾਂਗਾ ਆਪਣੇ ਜ਼ੋਰ ਦੇ ਨਾਲ। ਮਹਾਰਾਜ ਕਹਿੰਦੇ ਜਿੰਨਾ ਮਰਜ਼ੀ ਜ਼ੋਰ ਲਾ ਲਾ, ਜਿਉਣ ਵਿੱਚ ਤੇਰਾ ਜ਼ੋਰ ਹੀ ਨਹੀਂ ਚੱਲਦਾ। ਜਦੋਂ ਰੱਬ ਨੇ ਚਾਹਿਆ ਤਖਤਾਂ 'ਤੇ ਬੈਠਣ ਵਾਲੇ ਵੀ ਕੂਚ ਕਰਕੇ ਚਲੇ ਜਾਂਦੇ ਨੇ, ਮਰਜ਼ੀ ਨਹੀਂ ਚੱਲਦੀ। ਤੋ ਜਿਉਣ ਵਿੱਚ ਵੀ ਆਪਣਾ ਜ਼ੋਰ ਨਹੀਂ ਚੱਲਦਾ ਤੇ ਨਾ ਹੀ ਮਰਨ ਵਿੱਚ ਆਪਣਾ ਜ਼ੋਰ ਚੱਲਦਾ। ਆਪਣੀ ਮਰਜ਼ੀ ਨਾਲ ਤੂੰ ਮਰ ਵੀ ਨਹੀਂ ਸਕਦਾ। ਹੁਣ ਜੇ ਕੋਈ ਇਹ ਕਵੇ ਵੀ ਫਲਾਣੇ ਬੰਦੇ ਨੇ ਆਤਮ ਹੱਤਿਆ ਕਰ ਲਈ, ਹੁਣ ਆਤਮ ਹੱਤਿਆ ਕਿਹਨੂੰ ਕਹਿੰਦੇ ਆ? ਵੀ ਉਹ ਆਪਣੀ ਮਰਜ਼ੀ ਨਾਲ ਮਰ ਗਿਆ ਜੀ, ਨਹਿਰ 'ਚ ਛਾਲ ਮਾਰ ਕੇ ਮਰ ਗਿਆ। ਉਹ ਭਲਿਆ ਰੱਬ ਨੇ ਮਨ 'ਚ ਮਰਨ ਦਾ ਫੁਰਨਾ ਪਾਇਆ ਤੇ ਮਰਿਆ ਨਾ, ਨਹੀਂ ਤੇ ਕਿਹਦਾ ਜੀ ਕਰਦਾ ਮਰਨ ਨੂੰ? ਆਪਣੀ ਮਰਜ਼ੀ ਨਾਲ ਮਰਿਆ ਵੀ ਨਹੀਂ ਜਾ ਸਕਦਾ, ਕੋਈ ਜਿੰਨਾ ਮਰਜ਼ੀ ਜ਼ੋਰ ਲਾ ਲਵੇ। ਤੋ ਇਸ ਕਰਕੇ ਮਹਾਰਾਜ ਕਹਿੰਦੇ ਜ਼ੋਰ ਨਾ ਜੀਵਨ, ਜਿਉਣ ਵਿੱਚ ਜੀਵਨ ਵਿੱਚ ਵੀ ਆਪਣਾ ਜ਼ੋਰ ਨਹੀਂ ਹੈ। ਮਰਨ ਨਹਿ ਜੋਰ, ਤੇ ਮਰਨ ਵਿੱਚ ਵੀ ਆਪਣਾ ਜ਼ੋਰ ਨਹੀਂ ਹੈ ਜੀ। ਜੋਰ ਨਾ ਰਾਜ ਮਾਲ ਮਨ ਸੋਰ। ਕੋਈ ਰਾਜ ਪ੍ਰਾਪਤ ਕਰਨਾ ਚਾਹੁੰਦਾ ਹੈ, ਧਨ ਦੌਲਤ ਪ੍ਰਾਪਤ ਕਰਨਾ ਚਾਹੁੰਦਾ, ਇਹਦੇ ਵਿੱਚ ਵੀ ਆਪਣਾ ਜ਼ੋਰ ਨਹੀਂ ਚੱਲਦਾ। ਜਿਸ ਰਾਜ ਭਾਗ ਨੂੰ ਲੈ ਕੇ, ਜਿਸ ਧਨ ਦੌਲਤ ਨੂੰ ਪ੍ਰਾਪਤ ਕਰਕੇ ਮਨੁੱਖ ਦੇ ਮਨ ਵਿੱਚ ਕਿੰਨੇ ਸ਼ੋਰ ਚੱਲਦੇ ਨੇ, ਰੌਲਾ ਚੱਲ ਪੈਂਦਾ ਹੈ ਨਾ। ਧਨ ਦੌਲਤ ਆਉਣ ਤੋਂ ਤਾਂ ਸਹੀ ਮਨ 'ਚ ਕਿੰਨਾ ਰੌਲਾ ਚੱਲਦਾ, ਹੁਣ ਮੈਂ ਆਹ 10,000 ਇੱਥੇ ਵਰਤ ਲਾਂ, 15,000 ਇੱਥੇ ਵਰਤ ਲਾਂ, ਸ਼ੋਰ ਚੱਲ ਪੈਂਦਾ ਹੈ ਨਾ। ਫਿਰ ਹੰਕਾਰ ਦੇ ਫੁਰਨੇ ਚੱਲਦੇ, ਮੈਂ ਏਡਾ ਵੱਡਾ ਬਾਦਸ਼ਾਹ, ਉਹ ਕੌਣ ਹੈ ਮੇਰੇ ਅੱਗੇ? ਧਨ ਦੌਲਤ ਨਾਲ ਸ਼ੋਰ ਚੱਲ ਪੈਂਦਾ, ਰੌਲਾ ਚੱਲ ਪੈਂਦਾ। ਜ਼ੋਰ ਨਾਲ ਰਾਜ ਮਾਲ ਮਨ ਸੋਰ, ਮਨ ਵਿੱਚ ਰੌਲਾ ਚੱਲ ਪੈਂਦਾ ਹੈ। ਤੇ ਜਿਹੜਾ ਰਾਜ ਭਾਗ ਲੈ ਕੇ ਮਨ ਵਿੱਚ ਰੌਲਾ ਚੱਲ ਪੈਂਦਾ ਹੈ, ਮਹਾਰਾਜ ਕਹਿੰਦੇ ਉਹ ਰਾਜ ਭਾਗ ਦੀ ਪ੍ਰਾਪਤੀ, ਉਹ ਧਨ ਦੌਲਤ ਦੀ ਪ੍ਰਾਪਤੀ ਵੀ ਆਪਣੇ ਜ਼ੋਰ ਨਾਲ ਨਹੀਂ ਹੋ ਸਕਦੀ। ਆਪਣੀ ਤਾਕਤ ਨਾਲ ਇਹ ਕੁਝ ਇਕੱਠਾ, ਇਹ ਕੁਝ ਪ੍ਰਾਪਤ ਵੀ ਨਹੀਂ ਕੀਤਾ ਜਾ ਸਕਦਾ। ਜੋਰ ਨਾ ਸੁਰਤੀ ਗਿਆਨ ਵਿਚਾਰ। ਜੋਰ ਨਾ ਸੁਰਤੀ ਗਿਆਨ ਵਿਚਾਰ। ਆਪਣੀ ਤਾਕਤ ਦੇ ਨਾਲ ਸੁਰਤ ਕਰਕੇ ਜਾਗਿਆ ਵੀ ਨਹੀਂ ਜਾ ਸਕਦਾ। ਜੋਰ ਨਾ ਸੁਰਤੀ, ਸੁਰਤੀ ਤੋਂ ਭਾਵ ਕਿ ਸੁਰਤ ਕਰਕੇ ਜਾਗ ਜਾਣਾ, ਸੁਚੇਤ ਹੋ ਜਾਣਾ। ਮਹਾਰਾਜ ਕਹਿੰਦੇ ਜ਼ੋਰ ਦੇ ਨਾਲ ਕੋਈ ਸੁਰਤ ਕਰਕੇ, ਧਿਆਨ ਕਰਕੇ ਜਾਗ ਵੀ ਨਹੀਂ ਸਕਦਾ। ਕਿੰਨੀ ਦੁਨੀਆ ਸੁੱਤੀ ਪਈ ਮਾਇਆ ਦੇ ਵਿੱਚ। ਜੇ ਆਪਣੀ ਤਾਕਤ ਨਾਲ ਜਾਗਿਆ ਜਾ ਸਕਦਾ ਹੁੰਦਾ ਤੇ ਕਿਹੜਾ ਸੰਤ ਨਹੀਂ ਬਣਨਾ ਚਾਹੁੰਦਾ, ਕਿਹੜਾ ਮਾਇਆ ਦੇ ਪ੍ਰਭਾਵ ਤੋਂ ਉੱਪਰ ਨਹੀਂ ਉੱਠਣਾ ਚਾਹੁੰਦਾ। ਪਰ ਸੁੱਤੀ ਪਈ ਸਾਰੀ ਦੁਨੀਆ। ਆਪਣੀ ਤਾਕਤ ਦੇ ਨਾਲ ਸੁਰਤ ਵੀ ਉੱਚੀ ਨਹੀਂ ਉੱਠ ਸਕਦੀ, ਆਪਣੀ ਤਾਕਤ ਦੇ ਨਾਲ ਆਤਮਿਕ ਗਿਆਨ ਵੀ ਨਹੀਂ ਆ ਸਕਦਾ, ਤੇ ਆਪਣੀ ਤਾਕਤ ਦੇ ਨਾਲ ਉਸ ਆਤਮਿਕ ਗਿਆਨ ਦੀ ਵਿਚਾਰ ਵੀ ਨਹੀਂ ਕੀਤੀ ਜਾ ਸਕਦੀ। ਜੋਰ ਨਾ ਜੁਗਤੀ ਛੁੱਟੈ ਸੰਸਾਰ। ਜਿਸ ਜੁਗਤੀ ਦੇ ਨਾਲ ਸੰਸਾਰ ਤੋਂ ਖਹਿੜਾ ਛੁੱਟ ਜਾਂਦਾ ਹੈ, ਭਾਵ ਜੰਮਣ ਤੇ ਮਰਨ ਤੋਂ ਬਚ ਜਾਈਦਾ ਹੈ, ਫਿਰ ਜੂਨਾਂ ਵਿੱਚ ਨਹੀਂ ਪਈਦਾ। ਜਿਹੜੀ ਰਹਿਤ ਵਿੱਚ ਰਹਿਣ ਦੇ ਨਾਲ, ਮਹਾਰਾਜ ਕਹਿੰਦੇ ਉਸ ਰਹਿਤ ਵਿੱਚ ਵੀ ਆਪਣੇ ਜ਼ੋਰ ਨਾਲ ਨਹੀਂ ਰਿਹਾ ਜਾ ਸਕਦਾ। ਹੁਣ ਕਈ ਵਾਰੀ ਕਿੰਨਾ ਜ਼ੋਰ ਲਾਈਦਾ ਵੀ ਮੈਂ ਇਸ ਰਹਿਤ ਵਿੱਚ ਰਹਿਣਾ ਹੈ, ਪਰ ਤਾਕਤ ਕੰਮ ਹੀ ਨਹੀਂ ਕਰਦੀ।
ਹਾਂ ਜਿੱਦਣ ਰੱਬ ਨੇ ਚਾਹਿਆ ਤੇ ਉਹ ਰਹਿਤ ਵਿੱਚ ਰਿਹਾ ਵੀ ਜਾਂਦਾ ਹੈ। ਤੋ ਮਹਾਰਾਜ ਕਹਿੰਦੇ ਵੀ ਆਪਣੀ ਤਾਕਤ ਦੇ ਨਾਲ ਉਸ ਰਹਿਤ ਵਿੱਚ ਵੀ ਨਹੀਂ ਰਿਹਾ ਜਾਂਦਾ, ਜਿਸ ਰਹਿਤ ਵਿੱਚ ਰਹਿਣ ਕਰਕੇ ਇਸ ਸੰਸਾਰ ਤੋਂ ਖਹਿੜਾ ਛੁੱਟ ਜਾਂਦਾ ਹੈ। ਜਿਸ ਹੱਥ ਜੋਰ ਕਰ ਵੇਖੈ ਸੋਏ। ਤੋ ਕਿਸੇ ਮਨੁੱਖ ਦੀ ਆਪਣੀ ਮਰਜ਼ੀ ਨਹੀਂ ਚੱਲਦੀ ਚੁੱਪ ਰਹਿਣ ਵਿੱਚ, ਬੋਲਣ ਵਿੱਚ। ਆਪਣੀ ਮਰਜ਼ੀ ਦੇ ਨਾਲ ਮੰਗਿਆ ਨਹੀਂ ਜਾ ਸਕਦਾ, ਆਪਣੀ ਮਰਜ਼ੀ ਦੇ ਨਾਲ ਦਿੱਤਾ ਵੀ ਨਹੀਂ ਜਾ ਸਕਦਾ, ਆਪਣੇ ਜ਼ੋਰ ਦੇ ਨਾਲ ਜਿਉਿਆ ਵੀ ਨਹੀਂ ਜਾ ਸਕਦਾ, ਆਪਣੇ ਜ਼ੋਰ ਦੇ ਨਾਲ ਮਰਿਆ ਵੀ ਨਹੀਂ ਜਾ ਸਕਦਾ, ਆਪਣੇ ਜ਼ੋਰ ਦੇ ਨਾਲ ਰਾਜ ਭਾਗ ਵੀ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਫਿਰ ਇਹ ਕਿਵੇਂ ਕੁਝ ਹੋ ਰਿਹਾ ਹੈ? ਮਹਾਰਾਜ ਕਹਿੰਦੇ ਜਿਹਦੇ ਹੱਥ ਵਿੱਚ ਜ਼ੋਰ ਹੈ ਨਾ, ਫਿਰ ਉਹ ਪਰਮਾਤਮਾ ਆਪ ਹੀ ਇਸ ਸ੍ਰਿਸ਼ਟੀ ਨੂੰ ਬਣਾ ਕੇ ਦੀ ਸੰਭਾਲ ਕਰ ਰਿਹਾ ਹੈ। ਇਹ ਸਾਰੀ ਤਾਕਤ ਕਿਹਦੇ ਕੋਲ ਹੈ? ਵਾਹਿਗੁਰੂ ਕੋਲ ਹੈ। ਜਿਸ ਹੱਥ ਜ਼ੋਰ, ਜਿਹਦੇ ਹੱਥ ਵਿੱਚ ਇਹ ਤਾਕਤ ਹੈ, ਜਿਹਦੇ ਹੱਥ ਵਿੱਚ ਇਹ ਜ਼ੋਰ ਹੈ, ਕਰ ਵੇਖੈ ਸੋਏ, ਫਿਰ ਉਹੀ ਇਸ ਸੰਸਾਰ ਨੂੰ ਬਣਾ ਕੇ ਇਹਦੀ ਸੰਭਾਲ ਕਰ ਰਿਹਾ ਹੈ। ਨਾਨਕ ਉੱਤਮ ਨੀਚ ਨਾ ਕੋਏ। ਤੇ ਜੇ ਸਭ ਕੁਝ ਕਾਰੀ ਵਾਹਿਗੁਰੂ ਰਿਹਾ ਹੈ, ਉਹਦੀ ਤਾਕਤ ਵਰਤਦੀ ਪਈ ਹੈ, ਫਿਰ ਉੱਚੀ ਆਤਮਿਕ ਅਵਸਥਾ ਵਿੱਚ ਪਹੁੰਚੇ ਹੋਏ ਜਿਹੜੇ ਲੋਕ ਨੇ ਨਾ, ਉਹਨਾਂ ਨੂੰ ਇਹ ਸਮਝ ਲੱਗ ਜਾਂਦੀ ਹੈ ਕੋਈ ਉੱਤਮ ਨੀਚ ਨਹੀਂ ਹੈ। ਨਾ ਕੋ ਮੂਰਖ ਨਾ ਕੋ ਸਿਆਣਾ, ਵਰਤੈ ਸਭ ਕਿਛ ਤੇਰਾ ਭਾਣਾ। ਸਾਰਾ ਤੇਰੀ ਰਜਾ ਵਰਤਦੀ ਪਈ ਆ, ਤੇਰਾ ਹੀ ਭਾਣਾ ਵਰਤਦਾ ਪਿਆ ਹੈ। ਇਹ ਉਸ ਅਵਸਥਾ ਵਿੱਚ ਸਮਝ ਲੱਗ ਜਾਂਦੀ ਹੈ। ਇਸ ਕਰਕੇ ਉਸ ਅਵਸਥਾ ਵਿੱਚ ਪਹੁੰਚਿਆ ਹੋਇਆ ਮਨੁੱਖ ਆਪਣੇ ਤੇ ਜ਼ੁਲਮ ਕਰਨ ਵਾਲੇ ਜ਼ਾਲਮ ਦੇ ਨਾਲ ਵੀ ਨਫ਼ਰਤ ਨਹੀਂ ਕਰਦਾ। ਠੀਕ ਹੈ, ਉਹਦੇ ਹੰਕਾਰ ਨੂੰ ਭੰਨਦਾ ਹੈ, ਉਹਦੇ ਜ਼ੁਲਮ ਨੂੰ ਰੋਕਣ ਲਈ ਸ਼ਸਤਰ ਚੁੱਕਦਾ ਹੈ, ਪਰ ਨਫ਼ਰਤ ਨਾਲ ਨਹੀਂ, ਉਹ ਵੀ ਦਇਆ ਨਾਲ ਹੀ ਚੁੱਕਦਾ। ਜੇ ਗੁਰੂ ਗੋਬਿੰਦ ਸਿੰਘ ਨੇ ਸ਼ਸਤਰ ਚੁੱਕੇ ਨਾ ਔਰੰਗਜ਼ੇਬ 'ਤੇ, ਉਹ ਕੋਈ ਨਫ਼ਰਤ ਕਰਕੇ ਨਹੀਂ ਚੁੱਕੇ, ਉਹਦੇ 'ਤੇ ਤਰਸ ਕਰਕੇ ਹੀ ਚੁੱਕੇ ਆ। ਅਤੇ ਤੁਹਾਨੂੰ ਕੀ ਲੱਗਦਾ ਵੀ ਗੁਰੂ ਗੋਬਿੰਦ ਸਿੰਘ ਦੇ ਤੀਰ ਜਿਹਦੇ 'ਤੇ ਵੱਜਿਆ ਉਹ ਐਵੇਂ ਹੀ ਖਤਮ ਹੋ ਗਿਆ? ਉਹ ਜਿਸ ਨੂੰ ਗੁਰੂ ਗੋਬਿੰਦ ਸਿੰਘ ਦਾ ਤੀਰ ਵੀ ਵੱਜ ਗਿਆ ਨਾ, ਉਹ ਭਾਵੇਂ ਜ਼ਾਲਮ ਤੋਂ ਜ਼ਾਲਮ ਵੀ ਹੋਵੇ, ਸੰਸਾਰ ਭਵਜਲ ਤੋਂ ਤਰ ਜਾਂਦਾ। ਕਿਉਂਕਿ ਗੁਰੂ ਸਾਹਿਬ ਕਦੀ ਨਫ਼ਰਤ ਨਾਲ ਨਹੀਂ ਲੜਦੇ, ਉਹ ਤਰਸ ਨਾਲ ਹੀ ਯੁੱਧ ਕਰਦੇ ਆ, ਉਹਦੇ ਹੰਕਾਰ ਨੂੰ ਭੰਨਣ ਵਾਸਤੇ, ਉਹਦੇ ਜ਼ੁਲਮ ਨੂੰ ਰੋਕਣ ਵਾਸਤੇ। ਤੋ ਮਹਾਰਾਜ ਕਹਿੰਦੇ ਆ ਵੀ ਜਦੋਂ ਇਹ ਸਮਝ ਲੱਗ ਜਾਵੇ ਕਿ ਸਾਰਾ ਜ਼ੋਰ ਉਸ ਵਾਹਿਗੁਰੂ ਦੇ ਹੱਥ ਵਿੱਚ ਹੈ, ਫਿਰ ਕੌਣ ਉੱਤਮ ਹੈ, ਕੌਣ ਨੀਚ ਹੈ? ਮਹਾਰਾਜ ਕਹਿੰਦੇ ਨੇ ਫਿਰ ਆਪਣੀ ਮਰਜ਼ੀ ਦੇ ਨਾਲ ਕੋਈ ਉੱਤਮ ਵੀ ਨਹੀਂ ਹੈ, ਕੋਈ ਨੀਚ ਵੀ ਨਹੀਂ ਹੈ। ਸਭ ਕੁਛ ਉਹਦਾ ਭਾਣਾ ਵਰਤਦਾ ਪਿਆ, ਸਭ ਕੁਛ ਉਹਦੀ ਬਖਸ਼ਿਸ਼ ਨਾਲ ਹੋ ਸਕਦਾ ਹੈ। ਅਤੇ ਸਤਿਗੁਰੂ ਰਹਿਮਤ ਕਰਨ ਅਸੀਂ ਵੀ ਇਸ ਅਵਸਥਾ ਵਿੱਚ ਪਹੁੰਚ ਜਾਈਏ ਕਿ ਸਾਨੂੰ ਸਾਰਾ ਹੀ ਕੁਝ ਉਹਦੀ ਬਖਸ਼ਿਸ਼ ਹੀ ਜਾਪੇ। ਅਤੇ ਜੇ ਮਹਾਰਾਜ ਕਿਰਪਾ ਕਰਨ ਉਸ ਅਵਸਥਾ ਤੱਕ ਪਹੁੰਚ ਗਏ, ਫਿਰ ਮਨਾ ਤੂੰ ਕਦੀ ਨਹੀਂ ਕਹੇਂਗਾ ਵੀ ਤੂੰ ਅੰਮ੍ਰਿਤ ਵੇਲੇ ਉੱਠਦਾ ਹੈ, ਤੂੰ ਬਾਣੀ ਪੜ੍ਹਦਾ ਹੈ, ਤੂੰ ਕਥਾ ਕਰ ਲੈਂਦਾ ਹੈ, ਤੂੰ ਇੰਨਾ ਕੁਝ ਕਰ ਲੈਂਦਾ। ਨਹੀਂ, ਤੇਰੇ ਕੋਲ ਤਾਕਤ ਹੁੰਦੀ ਤੇ ਕਰ ਲੈਂਦਾ, ਤੇਰੀ ਤਾਕਤ ਹੀ ਨਹੀਂ ਹੈਗੀ। ਸਾਰੀ ਤਾਕਤ ਹੀ ਵਾਹਿਗੁਰੂ ਦੀ ਹੈ, ਸਭ ਕੁਛ ਉਹਦੀ ਬਖਸ਼ਿਸ਼ 'ਚ ਹੀ ਹੁੰਦਾ ਪਿਆ ਹੈ। ਤੋ ਇਸ ਕਰਕੇ ਇਹ ਜਿਹੜੀਆਂ 2 ਪੌੜੀਆਂ ਦੀ ਵਿਚਾਰ ਕੀਤੀ ਹੈ, ਇਸ ਤੋਂ ਅੱਗੋਂ ਜਿਹੜੀਆਂ ਪੌੜੀਆਂ ਆਉਣੀਆਂ ਉਹ 5 ਖੰਡ, ਬੜੇ ਗਹਿਰੇ ਅਰਥ ਨੇ ਉਹਨਾਂ ਦੀ ਵਿਚਾਰ ਫਿਰ ਆਪਾਂ ਅਗਲੇ ਸਮਾਗਮ ਵਿੱਚ ਕਰਾਂਗੇ। ਵਿਚਾਰ ਕਰਦੇ ਆ, ਅੱਜ ਬੇਅੰਤ ਭੁੱਲਾਂ ਹੋਈਆਂ ਨੇ, ਸਤਿਗੁਰੂ ਬਖਸ਼ਿੰਦ ਹਨ ਜੀ, ਬਖਸ਼ ਲੈਣ। ਸਤਿਗੁਰੂ ਰਹਿਮਤ ਕਰਨ, ਇਸੇ ਪ੍ਰਕਾਰ ਆਪਣੀ ਸੇਵਾ ਲੈਂਦੇ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।